ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤ ਪਾਹਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪ ਤਾਊ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਮਿਹਰ ਦੇ ਸਦਕਾ ਅੱਜ ਅਸੀਂ 38 ਨੰਬਰ ਪੌੜੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ। ਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਔਰ ਪਿਛਲੀ ਪੌੜੀ ਦੇ ਵਿੱਚ ਜੋ ਸਮਝ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਸੱਚਖੰਡ ਦੀ ਅਵਸਥਾ ਦੇ ਉੱਪਰ ਜਿਹੜਾ ਪਹੁੰਚਿਆ ਹੋਇਆ ਜਗਿਆਸੂ ਹੈ, ਉਸ ਦੀ ਅਵਸਥਾ ਦੇ ਬਾਰੇ ਜ਼ਿਕਰ ਕਰਨਾ ਉਹ ਇਵੇਂ ਹੈ ਜਿਵੇਂ ਲੋਹੇ ਨੂੰ ਮੂੰਹ ਦੇ ਵਿੱਚ ਪਾ ਕੇ ਆਪਣੇ ਦੰਦਾਂ ਦੇ ਨਾਲ ਚੱਬਣ ਦਾ ਯਤਨ ਕਰਨਾ ਹੈ। ਭਾਵ ਜਿਵੇਂ ਲੋਹੇ ਨੂੰ ਦੰਦਾਂ ਦੇ ਨਾਲ ਚੱਬਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਐਸੀ ਅਵਸਥਾ ਤੱਕ ਪਹੁੰਚਣ ਵਾਲੇ ਜਗਿਆਸੂ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡੀ ਇਹ ਮਾਸ ਦੀ ਜ਼ੁਬਾਨ ਉਹਨਾਂ ਜਗਿਆਸੂਆਂ ਦੀ ਉਸ ਅਵਸਥਾ ਨੂੰ ਬਿਆਨ ਨਹੀਂ ਕਰ ਸਕਦੀ, ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਉਸ ਅਵਸਥਾ ਉੱਪਰ ਪਹੁੰਚੀ ਹੋਈ ਐਸੀ ਜਗਿਆਸੂਆਂ ਦੀ ਜਿਹੜੀ ਘਾਲਣਾ ਹੈ, ਉਹਨਾਂ ਦਾ ਜੋ ਅਨੁਭਵ ਹੈ, ਉਹਦੇ ਬਾਰੇ ਸੁੰਦਰ ਮਿਸਾਲ ਦੇ ਕੇ, ਉਦਾਹਰਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਤੂੰ ਵੀ ਉੱਥੋਂ ਤੱਕ ਪਹੁੰਚਣ ਦਾ ਯਤਨ ਕਰ, ਕੋਸ਼ਿਸ਼ ਕਰ। ਹੁਣ ਗੁਰੂ ਸਾਹਿਬ ਜੀ ਇਸ ਪੌੜੀ ਦੇ ਵਿੱਚ ਫਰਮਾ ਰਹੇ ਨੇ ਕਿ ਜਿਵੇਂ ਕਿਸੇ ਨੇ ਗਲੇ ਦੇ ਵਿੱਚ ਕੋਈ ਕੀਮਤੀ ਸੋਨੇ ਦਾ ਹਾਰ ਪਾਇਆ ਹੋਵੇ ਤੇ ਉਹ ਉਸ ਨੂੰ ਸੰਭਾਲ ਕੇ ਰੱਖਦਾ ਹੈ, ਸਵਾਰ ਕੇ ਰੱਖਦਾ ਹੈ, ਗਲੇ ਦੇ ਨਾਲ ਲਾ ਕੇ ਰੱਖਦਾ ਹੈ। ਪਰ ਜੇ ਅਸੀਂ ਉਸ ਹਾਰ ਦੀ ਘਾਲਣਾ ਨੂੰ ਵੇਖੀਏ ਤੇ ਜੇ ਉਹ ਆਪਣੇ ਪ੍ਰੀਤਮ ਦੇ ਗਲੇ ਦੇ ਨਾਲ ਲੱਗਾ ਹੋਇਆ ਹੈ, ਆਪਣੇ ਮਾਲਕ ਦੇ ਗਲੇ ਨਾਲ ਲੱਗ ਕੇ ਚਮਕ ਦੇ ਰਿਹਾ ਹੈ, ਉਹਦੇ ਪਿੱਛੇ ਉਸ ਦੀ ਘਾਲਣਾ ਵੀ ਬਹੁਤ ਹੈ, ਉਹਦੀ ਮਸ਼ੱਕਤ ਵੀ ਬਹੁਤ ਹੈ। ਉਹਨੂੰ ਆਪਣੇ ਪਿਆਰੇ ਦੇ ਗਲੇ ਦੀ ਸ਼ੋਅ ਪ੍ਰਾਪਤ ਕਰਨ ਵਾਸਤੇ ਬੜੀ ਘਾਲ ਕਮਾਈ ਘਾਲਣੀ ਪਈ ਹੈ। ਬਸ ਇਸੇ ਤਰ੍ਹਾਂ ਪ੍ਰਮਾਤਮਾ ਦੇ ਪਿਆਰੇ ਬਣਨ ਲਈ, ਪ੍ਰਮਾਤਮਾ ਦੇ ਗਲੇ ਲੱਗਣ ਲਈ ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਘਾਲ ਕਮਾਈ ਘਾਲਣੀ ਪਏਗੀ। ਗੁਰੂ ਸਾਹਿਬ ਨੇ ਇਸ ਪੌੜੀ ਦੇ ਵਿੱਚ ਸਾਨੂੰ ਇਹੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਵੇਂ ਸੋਨੇ ਦੀ ਡਲੀ ਨੂੰ ਪਹਿਲਾਂ ਇੱਕ ਸੁਨਿਆਰਾ ਕੁਠਾਲੀ ਦੇ ਵਿੱਚ ਪਾ ਕੇ ਭੱਖ ਦੇ ਕੋਲਿਆਂ ਦੇ ਵਿੱਚ ਰੱਖ ਕੇ ਫਿਰ ਉਹਨੂੰ ਧੌਂਕਣੀ ਦੇ ਨਾਲ ਹਵਾ ਦੇ ਕੇ ਕੋਲਿਆਂ ਨੂੰ ਸੇਕ ਦੇ ਕੇ ਖੂਬ ਮਚਾਉਂਦਾ, ਤੇ ਜਦੋਂ ਫਿਰ ਸੋਨਾ ਪਿਘਲਦਾ, ਪਾਣੀ ਰੂਪ ਹੋ ਜਾਂਦਾ, ਫਿਰ ਪਿਘਲੇ ਹੋਏ ਸੋਨੇ ਦੇ ਵਿੱਚ ਮਸਾਲਾ ਪਾ ਕੇ ਉਹਦੀ ਮੈਲ ਨੂੰ ਸਾੜਦਾ, ਫਿਰ ਕਿਸੇ ਸੰਚੇ ਦੇ ਵਿੱਚ ਪਾ ਕੇ ਉਹਦਾ ਆਕਾਰ ਬਣਾਉਂਦਾ, ਫਿਰ ਉਹਦੇ ਉੱਤੇ ਬੜੇ ਸਹਿਜ ਦੇ ਨਾਲ, ਬੜੇ ਪਿਆਰ ਦੇ ਨਾਲ ਸੱਟਾਂ ਮਾਰ ਮਾਰ ਕੇ ਉਹਦੀ ਘਾੜਤ ਨੂੰ ਘੜਦਾ, ਫਿਰ ਜਾ ਕੇ ਉਹ ਸੁੰਦਰ ਗਹਿਣਾ ਬਣਦਾ ਹੈ। ਬਸ ਇਸੇ ਤਰ੍ਹਾਂ ਜਗਿਆਸੂ ਦੀ ਜਿਹੜੀ ਕਮਾਈ ਹੈ, ਜਿਹੜੀ ਉਹ ਘਾਲਣਾ ਘਾਲਦਾ ਹੈ, ਉਸ ਘਾਲਣਾ ਦੇ ਨਾਲ ਉਹ ਜਗਿਆਸੂ ਆਪਣਾ ਜੀਵਨ ਸਵਾਰਦਾ ਹੋਇਆ ਇੱਕ ਸੁੰਦਰ ਗਹਿਣੇ ਦੀ ਤਰ੍ਹਾਂ ਬਣ ਸਕਦਾ, ਜਿਹੜਾ ਮਾਲਕ ਪ੍ਰਮਾਤਮਾ ਦੇ ਗਲੇ ਦਾ ਸ਼ਿੰਗਾਰ ਬਣ ਸਕਦਾ, ਭਾਵ ਪ੍ਰਮਾਤਮਾ ਨੂੰ ਪ੍ਰਵਾਨ ਚੜ੍ਹ ਸਕਦਾ ਹੈ। ਉਹ ਘਾਲਣਾ ਕੀ ਹੈ? ਆਪਣੇ ਜੀਵਨ ਦੇ ਵਿੱਚ ਜਤ ਸਤ ਦੇ ਧਾਰਨੀ ਬਣਨਾ,
ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਨੂੰ ਕੱਢਣਾ, ਆਪਣੇ ਜੀਵਨ ਦੇ ਵਿੱਚ ਗਿਆਨ ਇੰਦਰੀਆਂ ਦੇ ਰਾਹੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਕਰਦੇ ਹੋਏ ਆਪਣੇ ਮਨ ਉੱਤੇ ਜਿੱਤ ਪ੍ਰਾਪਤ ਕਰਨੀ, ਪਰਮਾਤਮਾ ਦੇ ਭੈ ਵਿੱਚ ਰਹਿਣਾ, ਆਖਣ ਔਖਾ ਸਾਚਾ ਨਾਉ, ਉਹਦੇ ਨਾਮ ਨੂੰ ਸਮਝਣਾ, ਉਹਦੀ ਹੋਂਦ ਨੂੰ ਸਮਝਣਾ। ਇਸ ਪ੍ਰਕਾਰ ਦੀ ਇਹ ਮਸ਼ੱਕਤ ਦੇ ਨਾਲ ਕੋਈ ਜਗਿਆਸੂ ਜਿਹੜਾ ਹੈ ਉਹ ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦੀ ਮਿਹਰ ਦਾ, ਨਦਰ ਦਾ ਪਾਤਰ ਬਣ ਸਕਦਾ ਹੈ। ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਕਹਿ ਰਹੇ ਨੇ, ਜਤ ਪਹਾਰਾ ਧੀਰਜ ਸੁਨਿਆਰ। ਹੁਣ ਜਦੋਂ ਕਦੀ ਆਪਾਂ ਸੁਨਿਆਰੇ ਦੇ ਕੋਲ ਜਾ ਕੇ ਬਹੀਏ ਨਾ, ਸੁਨਿਆਰੇ ਦੀ ਦੁਕਾਨ ਵਿੱਚ ਗਏ ਤੇ ਸੁਨਿਆਰੇ ਦੀ ਦੁਕਾਨ ਦੇ ਵਿੱਚ ਜਦੋਂ ਜਾ ਕੇ ਦੇਖਾਂਗੇ ਤੇ ਇਸ ਪੌੜੀ ਦਾ ਜਿਹੜਾ ਬਾਹਰ ਦੀ ਅਰਥ ਹੈ ਉਹ ਸਾਨੂੰ ਦੇਖਣ ਨੂੰ ਮਿਲੇਗਾ। ਸੁਨਿਆਰਾ ਜਿਹੜਾ ਹੈ ਬੜੇ ਧੀਰਜ ਦੇ ਨਾਲ ਗਹਿਣੇ ਤਿਆਰ ਕਰਦਾ, ਉਹਦੇ ਕੋਲ ਛੋਟਾ ਜਿਹਾ ਹਥੌੜਾ ਹੈ, ਉਹਦੇ ਉੱਤੇ ਰੱਖ ਕੇ ਉਹ ਸੋਨੇ ਨੂੰ, ਉਸ ਗਹਿਣੇ ਨੂੰ ਘੜਦਾ ਹੈ। ਉਹਦੇ ਕੋਲ ਧੌਂਕਣੀ ਹੈ, ਉਹਦੇ ਨਾਲ ਉਹ ਫੂਕ ਮਾਰਦਾ ਹੈ, ਕੋਲਿਆਂ ਨੂੰ ਤਪਾਉਂਦਾ ਹੈ। ਫਿਰ ਉਸ ਸੇਕ ਦੇ ਨਾਲ ਉਹ ਸੋਨੇ ਨੂੰ ਢਾਲਦਾ ਹੈ, ਉਹਦੇ ਵਿੱਚੋਂ ਮੈਲ ਖਤਮ ਕਰਦਾ, ਕੁਠਾਲੀ ਵਿੱਚ ਪਾ ਕੇ ਉਦੋਂ ਤੱਕ ਉਹਨੂੰ ਅੱਗ ਦਾ ਸੇਕ ਦਿੰਦਾ ਹੈ ਜਦੋਂ ਤੱਕ ਉਹਦੇ ਵਿੱਚੋਂ ਮਲੀਨਤਾ ਨਿਕਲ ਨਹੀਂ ਜਾਂਦੀ, ਮੈਲ ਨਿਕਲ ਨਹੀਂ ਜਾਂਦੀ। ਇਸ ਪ੍ਰਕਾਰ ਉਹ ਸੋਨੇ ਨੂੰ ਘੜਦਾ ਹੈ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਬਚਨ ਕੀਤਾ। ਸਾਹਿਬ ਕਹਿੰਦੇ ਜਤ ਪਹਾਰਾ। ਆਪਾਂ ਬੜੇ ਧਿਆਨ ਦੇ ਨਾਲ ਪੌੜੀ ਨੂੰ ਵਿਚਾਰਨਾ ਹੈ। ਸਾਹਿਬ ਕਹਿੰਦੇ ਜਤ ਪਹਾਰਾ। ਜਤ ਜਿਹੜਾ ਸ਼ਬਦ ਹੈ ਇਹਦਾ ਅਰਥ ਹੈ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ। ਪਹਾਰਾ ਕਹਿ ਦਿੰਦੇ ਨੇ ਸੁਨਿਆਰੇ ਦੀ ਦੁਕਾਨ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਜੇ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਿਆ ਜਾਏ ਨਾ, ਤੇ ਇਹਦਾ ਮਤਲਬ ਇਹ ਸਾਡਾ ਜਿਹੜਾ ਜੀਵਨ ਹੈ ਇਹ ਸੁਨਿਆਰੇ ਦੀ ਦੁਕਾਨ ਹੈ। ਜਤ ਪਹਾਰਾ, ਜਿਹੜਾ ਜਤ ਹੈ ਇਹ ਸੁਨਿਆਰੇ ਦੀ ਦੁਕਾਨ ਦੀ ਤਰ੍ਹਾਂ ਹੈ। ਆਪਣੇ ਇੰਦਰੀਆਂ ਨੂੰ ਰੋਕ ਕੇ ਰੱਖਣਾ। ਹੁਣ ਇੰਦਰੀਆਂ ਨੂੰ ਰੋਕ ਕੇ ਰੱਖਣਾ ਕੀ ਹੈ, ਇਹਦਾ ਭਾਵ ਕੀ ਹੈ ਕਿ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ। ਜਤ ਕੀ ਹੈ? ਸਹੀ ਵੇਖਣਾ, ਸਹੀ ਬੋਲਣਾ, ਸਹੀ ਸੁਣਨਾ, ਸਹੀ ਸੁੰਘਣਾ, ਸਹੀ ਸਪਰਸ਼ ਕਰਨਾ, ਇਹਨੂੰ ਕਿਹਾ ਜਾਂਦਾ ਜਤ ਪਹਾਰਾ। ਜਤ ਆਚਰਣ। ਫਿਰ ਮੈਂ ਬੇਨਤੀ ਕਰਾਂ ਕਿ ਜਤ ਦਾ ਮਤਲਬ ਹੈ ਜਿੱਥੇ ਕੇਵਲ ਸਹੀ ਵੇਖਿਆ ਜਾਂਦਾ, ਕਿਸੇ ਨੂੰ ਗਲਤ ਭਾਵਨਾ ਦੇ ਨਾਲ ਵੇਖਿਆ ਨਹੀਂ ਜਾਂਦਾ। ਸਹੀ ਬੋਲਿਆ ਜਾਂਦਾ, ਕਿਸੇ ਨੂੰ ਗਲਤ ਨਹੀਂ ਬੋਲਿਆ ਜਾਂਦਾ। ਸਹੀ ਸੁਣਿਆ ਜਾਂਦਾ, ਸਹੀ ਸੁੰਘਿਆ ਜਾਂਦਾ, ਸਹੀ ਸਪਰਸ਼ ਕੀਤਾ ਜਾਂਦਾ। ਉੱਥੇ ਕੁਝ ਵੀ ਗਲਤ ਨਹੀਂ। ਤੇ ਜੇ ਇਹਦੀ ਆਪਾਂ ਵਿਆਖਿਆ ਕਰਨੀ ਹੋਵੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੜੀ ਸੋਹਣੀ ਇਹਦੀ ਵਿਆਖਿਆ ਕੀਤੀ ਕਿ ਜਤ ਹੈ ਕੀ ਹੈ।